मेरा नाम राणी है। मेरी ये कहानी मेरे सहुरे घर विच हो रहे मेरे ते जुल्म नूं बयान करेगी। परमात्मा इहो जिहा सहुरा किसे नूं ना देवे जिवें मेरा सहुरा सी। मैं उन्हां दी विधवा नूंह सी। मेरे उत्ते 5 साल जुल्म हुंदा रहा। घर विच मौजूद सारे परिवार दे मैंबर मेरे ते तरह तरह दीआं गल्लां कर रहे सन। मेरे विधवा हो जाण तों बाद मेरे सहुरे घर विच यही गल हो रही सी कि हुण मैं पेके घर रहांगी जां सहुरे घर। पर मेरी भाभी नहीं चाहुंदी सी कि मैं उन्हां कोल जाके अपने पेके घर रहां। मेरी भाभी तां एक ही गल कह रही सी कि ये अपने पेके नहीं रह सकदी, क्योंकि मेरे भरा दी तनख्वाह बहुत घट सी ते उन्हां दे घर दा गुजारा भी मसां ही हुंदा सी, क्योंकि मेरे 2 बच्चे सन ते साडे तिन्नां दा बोझ चुक्कण तों ਉਹ डरदी सी। मेरा भरा भी मेरे सहुरे नूं यही गल कह रहा सी कि तुसीं राणी नूं इत्थे ही रखो, क्योंकि उसदा भी इस घर विच हक है। मेरी माँ चुप बैठी सब दीआं गल्लां सुण रही सी, क्योंकि ਉਹ भी मेरे भरा ते भाभी दे सहारे ते अपनी जिंदगी जिउं रही सी। ਉਹ ਕਿਸੇ ਨੂੰ ਵੀ ਕੁਝ नहीं सी कह सकदी। माँ तां बस नीवी पा के चुपचाप सब दीआं गल्लां सुण रही सी। ਉਹ कुछ भी नहीं सी बोल सकदी, क्योंकि उस विच इन्नी हिम्मत ही नहीं सी कि ਉਹ ਕਿਸੇ ਦੀ ਗੱਲ ਨੂੰ टोक के अपनी गल दस सके। मेरे पति का नाम मनोज सी। उन्हां दे जाण तों बाद तां मेरी दुनिया उजड़ गई। मैनू तां कोई याद चेते भी नहीं सी कि मेरा पति मनोज मैनू इस तरह इकल्ली नूं छड्ड के इस दुनिया तो चले जाणगे। मैं तां हुण इकल्ली रह गई ते ਉਹ ਮੇਰੇ ਨਾਲ ਮੇਰੇ ਦੋਵਾਂ ਬੱਚਿਆਂ ਨੂੰ ਵੀ ਯਤੀਮ ਕਰ ਗਏ। ਮਨੋਜ ਨਾਲ ਮੇਰਾ ਵਿਆਹ ਮੇਰੀ ਪਸੰਦ ਨਾਲ ਹੋਇਆ ਸੀ, ਕਿਉਂਕਿ ਸਾਡਾ ਵਿਆਹ ਮਾਪਿਆਂ ਦੀ ਮਰਜ਼ੀ ਨਾਲ ਹੋਇਆ ਸੀ, ਪਰ ਸਾਡਾ ਦੋਹਾਂ ਦਾ ਰਿਸ਼ਤਾ ਬਹੁਤ ਪਿਆਰ ਵਾਲਾ ਸੀ। ਅਸੀਂ ਇੱਕ ਦੂਜੇ ਤੋਂ ਬਿਨਾਂ ਇੱਕ ਪਲ ਵੀ ਨਹੀਂ ਸੀ ਰਹਿ ਸਕਦੇ। ਮੈਂ ਵੀ ਵਿਆਹ ਤੋਂ ਪਹਿਲਾਂ ਕਿਸੇ ਵੀ ਮਰਦ ਦੇ ਨਾਲ ਕੋਈ ਵੀ ਸੰਬੰਧ ਨਹੀਂ ਬਣਾਇਆ ਸੀ ਤੇ ਨਾ ਹੀ ਮੈਂ ਕਿਸੇ ਨੂੰ ਪਸੰਦ ਕਰਦੀ ਸੀ। ਮੇਰੇ ਪਤੀ ਮਨੋਜ ਮੇਰੀ ਜ਼ਿੰਦਗੀ ਵਿੱਚ ਆਉਣ ਵਾਲੇ ਪਹਿਲੇ ਸ਼ਖਸ ਸੀ ਤੇ ਮੈਂ ਉਹਨਾਂ ਨੂੰ ਆਪਣੀ ਜਿੰਦ ਜਾਣ ਤੋਂ ਵੀ ਵੱਧ ਪਿਆਰ ਕਰਦੀ ਸੀ। ਤੇ ਵਿਆਹ ਤੋਂ ਬਾਅਦ ਸਾਡੇ 2 ਬੱਚੇ ਹੋ ਗਏ ਤਾਂ ਸਾਡੀ ਜ਼ਿੰਦਗੀ ਖੁਸ਼ੀਆਂ ਭਰੀ ਹੋ ਗਈ। ਸਹੁਰੇ ਘਰ ਵਿੱਚ ਮੈਨੂੰ ਕਿਸੇ ਵੀ ਚੀਜ਼ ਦੀ ਕੋਈ ਪਰੇਸ਼ਾਨੀ ਨਹੀਂ ਸੀ। ਸੱਸ ਤਾਂ ਮੇਰੀ ਪਹਿਲਾਂ ਹੀ ਨਹੀਂ ਸੀ, ਕਿਉਂਕਿ ਉਹਨਾਂ ਦੀ ਮੌਤ ਮੇਰੇ ਵਿਆਹ ਤੋਂ ਪਹਿਲਾਂ ਹੋ ਚੁੱਕੀ ਸੀ। ਮਨੋਜ ਸਿਰਫ 2 ਭੈਣ ਭਰਾ ਸੀ। ਮਨੋਜ ਦੇ ਸਿਰਫ ਇੱਕ ਹੀ ਭੈਣ ਸੀ। ਮਨੋਜ ਦੀ ਭੈਣ ਦਾ ਵੀ ਵਿਆਹ ਹੋ ਗਿਆ ਸੀ। ਮਨੋਜ ਦੀ ਭੈਣ ਸਾਡੇ ਤੋਂ ਬਹੁਤ ਦੂਰ ਵਿਆਹੀ ਹੋਈ ਸੀ। ਉਹ ਦੂਰ ਹੋਣ ਕਰਕੇ ਸਿਰਫ ਸਾਲ ਵਿੱਚ ਇੱਕ ਵਾਰੀ ਸਾਡੇ ਘਰ ਆਉਂਦੀ ਸੀ। ਘਰ ਵਿੱਚ ਮੇਰਾ ਪਤੀ ਤੇ ਮੇਰੇ 2 ਬੱਚੇ ਤੇ ਮੇਰਾ ਸਹੁਰਾ ਹੀ ਸਨ। ਕੁਝ ਦਿਨਾਂ ਤੋਂ ਮੇਰੇ ਪਤੀ ਮਨੋਜ ਨੂੰ ਦਫ਼ਤਰ ਵੱਲੋਂ ਕੁਝ ਪਰੇਸ਼ਾਨੀਆਂ ਚੱਲ ਰਹੀਆਂ ਸੀ। ਇਸ ਕਰਕੇ ਕੰਮ ਦੀ ਵਜ੍ਹਾ ਕਾਰਨ ਉਹ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਸਨ, ਕਿਉਂਕਿ ਉਹਨਾਂ ਦੀ ਕੰਪਨੀ ਵਿੱਚ ਘਾਟੇ 'ਚ ਚੱਲ ਰਹੀ ਸੀ ਤੇ ਕਾਫੀ ਵਰਕਰਾਂ ਨੂੰ ਉਹਨਾਂ ਨੇ ਕੰਪਨੀ 'ਚੋਂ ਕੱਢ ਦਿੱਤਾ ਸੀ। ਮਨੋਜ ਵੀ ਉਸ ਵਜ੍ਹਾ ਕਰਕੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦੇ ਸੀ ਕਿ ਜੇ ਕੰਪਨੀ ਨੇ ਉਸ ਨੂੰ ਵੀ ਕੱਢ ਦਿੱਤਾ ਤਾਂ ਉਹ ਕੀ ਕਰੇਗਾ, ਤੇ ਦੂਜੀ ਨੌਕਰੀ ਲੱਭਣੀ ਜ਼ਿਆਦਾ ਸੌਖੀ ਨਹੀਂ ਸੀ, ਕਿਉਂਕਿ ਚੰਗੀ ਕੰਪਨੀ ਵਿੱਚ ਨੌਕਰੀ ਮਿਲਣਾ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਬਹੁਤ ਔਖਾ। ਮੇਰਾ ਪਤੀ ਮਨੋਜ ਦਿਮਾਗੀ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਸੀ, ਕਿਉਂਕਿ ਉਹ ਡਿਪਰੈਸ਼ਨ ਵਿੱਚ ਰਹਿੰਦੇ ਸੀ। ਮੈਂ ਉਹਨਾਂ ਨੂੰ ਤਸੱਲੀ ਦਿੱਤੀ ਕਿ ਸਭ ਕੁਝ ਠੀਕ ਹੋ ਜਾਵੇਗਾ, ਤੁਸੀਂ ਫਿਕਰ ਨਾ ਕਰੋ, ਪ੍ਰਮਾਤਮਾ ਆਪਣੇ ਲਈ ਚੰਗਾ ਹੀ ਕਰਨਗੇ, ਤੁਸੀਂ ਪ੍ਰਮਾਤਮਾ ਤੇ ਭਰੋਸਾ ਰੱਖੋ। ਉਹ ਮੈਨੂੰ ਕਹਿਣ ਲੱਗੇ ਕਿ ਇਹ ਨੌਕਰੀ ਹੀ ਮੈਨੂੰ ਤਾਂ ਮਸਾਂ ਮਿਲੀ ਸੀ, ਕਿਉਂਕਿ ਕਾਫੀ ਧੱਕੇ ਖਾਣ ਤੋਂ ਬਾਅਦ ਇਹ ਨੌਕਰੀ ਮੈਂ ਬਹੁਤ ਜੱਦੋ-ਜਹਿਦ ਕਰਕੇ ਲਈ ਸੀ। ਹੌਲੀ ਹੌਲੀ ਉਹਨਾਂ ਦੀ ਇਹ ਦਿਮਾਗੀ ਪਰੇਸ਼ਾਨੀ ਉਹਨਾਂ ਦੇ ਲਈ ਇੱਕ ਬਿਮਾਰੀ ਬਣ ਗਈ ਤੇ ਉਹਨਾਂ ਨੇ ਆਪਣੇ ਆਪ ਨੂੰ ਇੱਕ ਅਜਿਹਾ ਰੋਗ ਲਾ ਲਿਆ ਤੇ ਉਹ ਦਿਮਾਗੀ ਪਰੇਸ਼ਾਨੀ ਕਰਕੇ ਡਿਪਰੈਸ਼ਨ 'ਚ ਚਲੇ ਗਏ। ਇੱਕ ਦਿਨ ਕੰਪਨੀ ਵੱਲੋਂ ਮੈਨੂੰ ਫੋਨ ਆਇਆ, ਜਿਸ ਨੂੰ ਸੁਣ ਕੇ ਮੇਰੀ ਦੁਨੀਆ ਉਜੜ ਗਈ। ਜਦੋਂ ਮੈਂ ਸੁਣਿਆ ਤਾਂ ਮੈਨੂੰ ਪਤਾ ਲੱਗਿਆ ਕਿ ਮੇਰੇ ਪਤੀ ਨੂੰ ਵੀ ਕੰਪਨੀ ਨੇ ਕੱਢ ਦਿੱਤਾ। ਫਿਰ ਜਦੋਂ ਮੇਰੇ ਪਤੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਖੱਬੇ ਪਾਸੇ ਛਾਤੀ ਵਿੱਚ ਬਹੁਤ ਤੇਜ਼ ਦਰਦ ਹੋਇਆ। ਦਰਦ ਇੰਨਾ ਜ਼ਿਆਦਾ ਭਿਆਨਕ ਸੀ ਕਿ ਉਹ ਬੇਹੋਸ਼ ਹੋ ਗਏ ਤੇ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਡਾਕਟਰ ਦੇ ਕੋਲ ਲੈ ਗਏ। ਜਦੋਂ ਡਾਕਟਰ ਕੋਲ ਲੈ ਗਏ ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਹਾਰਟ ਅਟੈਕ ਆਇਆ ਹੈ ਤੇ ਉਹ ਅਟੈਕ ਉਹਨਾਂ ਨੂੰ ਦੀ ਜਾਨ ਲੈ ਗਿਆ। ਮੇਰੇ ਬੱਚੇ ਅਜੇ ਬਹੁਤ ਹੀ ਜ਼ਿਆਦਾ ਛੋਟੇ ਸਨ, ਕਿਉਂਕਿ ਉਹ ਅਜੇ ਸਕੂਲ ਨਹੀਂ ਸੀ ਜਾਣ ਲੱਗੇ। ਮੇਰਾ ਛੋਟਾ ਬੱਚਾ ਤਾਂ 1.5 ਸਾਲ ਦਾ ਸੀ ਤੇ ਵੱਡਾ ਬੇਟਾ 2.5 ਸਾਲ ਦਾ। ਮੇਰੇ ਉੱਤੇ ਤਾਂ ਪਰੇਸ਼ਾਨੀਆਂ ਦੇ ਪਹਾੜ ਟੁੱਟ ਪਏ। ਇੰਨੀ ਵੱਡੀ ਜ਼ਿੰਦਗੀ ਮੇਰੇ ਸਾਹਮਣੇ ਇੱਕ ਪਹਾੜ ਵਾਂਗ ਖੜੀ ਸੀ। ਮੇਰੇ ਭਰਾ ਦੀਆਂ ਗੱਲਾਂ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਉਹ ਮੈਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਕੋਲ ਨਹੀਂ ਸੀ ਰੱਖਣਾ ਚਾਹੁੰਦੇ। ਮੇਰੇ ਸਹੁਰੇ ਨੇ ਵੀ ਉਹਨਾਂ ਨੂੰ ਕਹਿ ਦਿੱਤਾ ਸੀ, ਮਨੋਜ ਦੇ ਜਾਣ ਤੋਂ ਬਾਅਦ ਰਾਣੀ ਕਿਤੇ ਨਹੀਂ ਜਾਵੇਗੀ, ਇਹ ਇਸ ਦਾ ਘਰ ਹੈ ਤੇ ਇਹ ਇੱਥੇ ਹੀ ਰਹੇਗੀ।
ਇਸ ਘਰ ਤੇ ਇਸ ਦਾ ਪੂਰਾ ਹੱਕ ਆ। ਮੇਰਾ ਭਰਾ ਤੇ ਮੇਰੀ ਭਾਬੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਏ ਤੇ ਮੇਰੇ ਸਹੁਰੇ ਨੂੰ ਕਹਿਣ ਲੱਗੇ ਕਿ ਤੁਸੀਂ ਤਾਂ ਬਹੁਤ ਵੱਡੇ ਦਿਲ ਵਾਲੇ ਹੋ, ਜੋ ਤੁਸੀਂ ਸਾਡੀ ਭੈਣ ਤੇ ਉਸਦੇ 2 ਮਾਸੂਮ ਬੱਚਿਆਂ ਦਾ ਇੰਨਾ ਖਿਆਲ ਰੱਖਦੇ ਹੋ। ਮੇਰਾ ਸਹੁਰਾ ਆਰਮੀ 'ਚੋਂ ਰਿਟਾਇਰ ਸੀ। ਰਿਟਾਇਰ ਹੋਣ ਤੋਂ ਬਾਅਦ ਉਹ ਆਜ਼ਾਦੀ ਦੀ ਜ਼ਿੰਦਗੀ ਜਿਉ ਰਹੇ ਸਨ ਤੇ ਉਹਨਾਂ ਨੂੰ ਪੈਨਸ਼ਨ ਮਿਲ ਰਹੀ ਸੀ। ਉਹਨਾਂ ਦੀ ਪੈਨਸ਼ਨ ਇੰਨੀ ਕੁ ਸੀ ਕਿ ਉਹ ਆਪਣੇ ਨਾਲ 3 ਜਾਣਿਆਂ ਨੂੰ ਹੋਰ ਵੀ ਪਾਲ ਸਕਦੇ ਸੀ। ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ। ਪਰ ਉਹ ਸਿਰੇ ਦੇ ਕੰਜੂਸ ਆਦਮੀ ਸੀ ਤੇ ਉਹ ਆਪਣੀ ਸਾਰੀ ਪੈਨਸ਼ਨ ਬੈਂਕ ਵਿੱਚ ਜਮ੍ਹਾਂ ਕਰਵਾ ਦਿੰਦੇ ਸਨ। ਸਾਨੂੰ 1 ਪੈਸਾ ਤੱਕ ਨਹੀਂ ਸੀ ਦਿੰਦੇ। ਮਨੋਜ ਪਹਿਲਾਂ ਵੀ ਆਪਣੀਆਂ ਬਿਮਾਰੀਆਂ ਦੀ ਵਜ੍ਹਾ ਨਾਲ ਕਾਫੀ ਪਰੇਸ਼ਾਨ ਰਹਿੰਦੇ ਸਨ, ਪਰ ਬਿਮਾਰ ਹੋਣ ਦੇ ਬਾਵਜੂਦ ਵੀ ਉਹ ਬੇਟੇ ਦੇ ਬਿਮਾਰ ਹੋਣ ਤੇ ਵੀ ਮੇਰੇ ਸਹੁਰੇ ਨੇ ਕਦੇ ਵੀ ਆਪਣੇ ਪੁੱਤ ਤੇ ਤਰਸ ਨਹੀਂ ਖਾਧਾ ਸੀ ਤੇ ਉਹ ਪੂਰੇ ਰੋਹਬ ਨਾਲ ਇਹੀ ਕਹਿੰਦੇ ਸਨ ਕਿ ਆਪਣੀ ਪਤਨੀ ਤੇ ਆਪਣੇ ਬੱਚਿਆਂ ਦਾ ਖਰਚਾ ਤੈਨੂੰ ਹੀ ਚੁੱਕਣਾ ਪਵੇਗਾ ਤੇ ਇਹੀ ਤੇਰੀ ਜ਼ਿੰਮੇਵਾਰੀ ਆ। ਇਸ ਕਰਕੇ ਆਪਣਾ ਖਰਚਾ ਖੁਦ ਹੀ ਦੇਖਿਆ ਕਰ। ਮੈਨੂੰ ਉਹਨਾਂ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਬਹੁਤ ਗੁੱਸਾ ਆਉਂਦਾ ਸੀ ਤੇ ਉਹ ਸਾਡੇ ਨਾਲ ਹੀ ਰਹਿੰਦੇ ਸਨ ਤੇ ਸਾਰਾ ਦਿਨ ਉਹਨਾਂ ਦੇ ਖਾਣ ਪੀਣ ਤੇ ਉਹਨਾਂ ਦੇ ਸਾਂਭ ਸੰਭਾਲ ਕਰਨਾ ਸਾਨੂੰ ਹੀ ਫਿਕਰ ਸੀ। ਮਨੋਜ ਅਤੇ ਮੇਰੇ ਬੱਚੇ ਅਸੀਂ ਸਾਰੇ ਉੱਪਰ ਵਾਲੀ ਮੰਜ਼ਿਲ 'ਚ ਰਹਿੰਦੇ ਸੀ ਤੇ ਮੇਰਾ ਸਹੁਰਾ ਥੱਲੇ ਰਹਿੰਦਾ ਸੀ। ਉਹ ਸਾਰਾ ਦਿਨ ਆਪਣੇ ਕਮਰੇ ਵਿੱਚ ਹੀ ਰਹਿੰਦੇ ਸਨ। ਮੈਂ ਤਿੰਨੋਂ ਟਾਈਮ ਦਾ ਖਾਣਾ ਉਹਨਾਂ ਦੇ ਕਮਰੇ ਵਿੱਚ ਹੀ ਦੇ ਕੇ ਆਉਂਦੀ ਸੀ ਤੇ ਚਾਹ ਵੀ ਮੈਂ ਉਹਨਾਂ ਨੂੰ ਉਹਨਾਂ ਦੇ ਕਮਰੇ ਵਿੱਚ ਹੀ ਦੇ ਕੇ ਆਉਂਦੀ ਸੀ। ਕਦੇ ਮੈਂ ਤੰਗ ਆ ਕੇ ਗੁੱਸੇ ਵਿੱਚ ਆਪਣੇ ਪਤੀ ਨੂੰ ਇਹੀ ਕਹਿੰਦੀ ਸੀ ਕਿ ਆਪਾਂ ਪਾਪਾ ਦੀ ਇੰਨਾ ਸੇਵਾ ਕਰਦੇ ਆਂ, ਪਰ ਫਿਰ ਉਹ ਆਪਾਂ ਨੂੰ 1 ਰੁਪਈਆ ਤੱਕ ਨਹੀਂ ਦਿੰਦੇ। ਜਦੋਂ ਮੈਂ ਆਪਣੇ ਪਤੀ ਨੂੰ ਇਹ ਗੱਲ ਕਹੀ ਤਾਂ ਉਹ ਕਹਿਣ ਲੱਗੇ ਤੂੰ ਘਬਰਾਉਂਦੀ ਕਿਉਂ ਆ? ਆਖਰ ਪਾਪਾ ਨੇ ਇਹ ਪੈਸੇ ਕਿੱਥੇ ਲੈ ਕੇ ਜਾਣੇ ਨੇ? ਇਹ ਆਪਣੇ ਹੀ ਕੰਮ ਆਉਣਗੇ ਤੇ ਆਪਣੇ ਲਈ ਉਹ ਜੋੜ ਰਹੇ ਨੇ। ਉਹ ਆਪਾਂ ਨੂੰ ਆਪਣੇ ਹੱਥ ਨਾਲ ਨਹੀਂ ਦੇ ਸਕਦੇ। ਮੇਰੇ ਪਤੀ ਵੀ ਜਾਣਦੇ ਸਨ ਕਿ ਉਹ ਆਪਣੇ ਹੱਥ ਨਾਲ 1 ਰੁਪਈਆ ਵੀ ਸਾਡੇ ਉੱਪਰ ਖਰਚ ਨਹੀਂ ਕਰ ਸਕਦੇ। ਜਦੋਂ ਮੇਰੇ ਪਤੀ ਮੈਨੂੰ ਇਸ ਤਰ੍ਹਾਂ ਕਹਿੰਦੇ ਤਾਂ ਮੈਂ ਚੁੱਪ ਹੋ ਜਾਂਦੀ। ਮੈਂ ਸੋਚਦੀ ਮਨੋਜ ਸ਼ਾਇਦ ਸਹੀ ਕਹਿੰਦੇ ਹਨ ਤੇ ਮੈਨੂੰ ਉਹਨਾਂ ਦੀਆਂ ਗੱਲਾਂ ਸੱਚ ਲੱਗਦੀਆਂ ਸੀ। ਪਰ ਹੁਣ ਮਨੋਜ ਦੇ ਜਾਣ ਤੋਂ ਬਾਅਦ ਮੇਰਾ ਸਹੁਰਾ ਸਾਨੂੰ ਉੱਪਰ ਵਾਲੀ ਮੰਜ਼ਿਲ ਦੇਣ ਨੂੰ ਤਿਆਰ ਸੀ। ਉਹਨਾਂ ਦੀ ਗੱਲ ਸੁਣ ਕੇ ਮੇਰੀ ਮਾਂ ਤਾਂ ਵਿਚਾਰੀ ਕੁਝ ਵੀ ਨਾ ਬੋਲੀ। ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਮੇਰਾ ਭਰਾ ਤੇ ਭਾਬੀ ਦੋਵੇਂ ਖੁਸ਼ ਹੋ ਗਏ, ਕਿਉਂਕਿ ਮੇਰੀ ਭਾਬੀ ਨਹੀਂ ਸੀ ਚਾਹੁੰਦੀ ਕਿ ਵਿਧਵਾ ਨਨਾਣ ਉਹਨਾਂ ਦੇ ਘਰ ਆ ਕੇ ਰਹਿਣ ਲੱਗੇ। ਕਿ ਮੇਰੇ ਸਹੁਰੇ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਰਾਣੀ ਹੁਣ ਇਸ ਘਰ ਵਿੱਚ ਹੀ ਰਹੇਗੀ ਤੇ ਇਹ ਸਾਰੇ ਉੱਪਰ ਵਾਲੀ ਮੰਜ਼ਿਲ ਤੇ ਰਹਿਣਗੇ। ਇਹ ਸੁਣ ਕੇ ਉਹਨਾਂ ਦੇ ਸਿਰ ਤੋਂ ਬਲਾ ਟਲ ਗਈ। ਮੈਂ ਵੀ ਹੁਣ ਇਹੀ ਸੋਚ ਰਹੀ ਸੀ ਕਿ ਮੇਰਾ ਹੁਣ ਸਹੁਰੇ ਦੇ ਨਾਲ ਪਹਿਲਾਂ ਵਾਲਾ ਰਿਸ਼ਤਾ ਨਹੀਂ ਰਿਹਾ। ਮਨੋਜ ਦੇ ਜਾਂਦੇ ਹੀ ਮੇਰਾ ਆਪਣੇ ਸਹੁਰੇ ਨਾਲ ਉਹ ਰਿਸ਼ਤਾ ਵੀ ਖਤਮ ਹੋ ਚੁੱਕਾ ਸੀ। ਪਰ ਉਹ ਰਿਸ਼ਤੇ ਵਜੋਂ ਮੇਰੇ ਬੱਚਿਆਂ ਦੇ ਦਾਦਾ ਸਨ। ਮੇਰੀ ਮਾਂ ਨੇ ਕਿਸੇ ਨੂੰ ਕੁਝ ਵੀ ਨਹੀਂ ਕਿਹਾ, ਕਿਉਂਕਿ ਮੈਂ ਵੀ ਆਪਣੀ ਮਾਂ ਦੀ ਚੁੱਪ ਨੂੰ ਚੰਗੀ ਤਰ੍ਹਾਂ ਸਮਝਦੀ ਸੀ। ਉਹ ਮੇਰੇ ਭਰਾ ਤੇ ਭਾਬੀ ਨੂੰ ਵੀ ਕੁਝ ਨਾ ਬੋਲੀ। ਅਜੇ ਮੇਰੇ ਪਤੀ ਨੂੰ ਮਰੇ ਹੋਏ ਕੁਝ ਟਾਈਮ ਹੋਇਆ ਸੀ। ਮੈਂ ਤਾਂ ਅਜੇ ਬਾਹਰ ਵੀ ਨਹੀਂ ਸੀ ਜਾ ਸਕਦੀ ਤੇ ਨਾ ਹੀ ਮੈਂ ਕਿਸੇ ਪਰਾਏ ਮਰਦ ਦੇ ਸਾਹਮਣੇ ਆਉਂਦੀ ਸੀ। ਇਸ ਕਰਕੇ ਮੈਂ ਜੋ ਵੀ ਉਹਨਾਂ ਨੇ ਫੈਸਲਾ ਕਰਿਆ ਚੁੱਪਚਾਪ ਸੁਣ ਰਹੀ ਸੀ। ਮੇਰੀ ਨਨਾਣ ਮਨੋਜ ਦੀ ਮੌਤ ਦੇ ਨਹੀਂ ਆਈ ਸੀ, ਕਿਉਂਕਿ ਉਹ ਪ੍ਰੈਗਨੈਂਟ ਸੀ। ਉਸ ਦੇ ਬੱਚਾ ਹੋਣ ਵਾਲਾ ਸੀ। ਡਾਕਟਰ ਨੇ ਕਿਹਾ ਸੀ ਡਿਲੀਵਰੀ ਕਿਸੇ ਵੀ ਟਾਈਮ ਹੋ ਸਕਦੀ ਆ, ਕਿਉਂਕਿ ਉਸ ਨੂੰ 9ਵਾਂ ਮਹੀਨਾ ਲੱਗਿਆ ਹੋਇਆ ਸੀ। ਪਰ ਉਸ ਨੇ ਆਪਣੇ ਭਰਾ ਦੀ ਮੌਤ ਦਾ ਸੁਣ ਕੇ ਉਸ ਨੂੰ ਬਹੁਤ ਜ਼ਿਆਦਾ ਦੁੱਖ ਸੀ। ਉਹ ਕਹਿ ਰਹੀ ਸੀ ਮੈਂ ਤਾਂ ਜਾਂਦੀ ਵਾਰ ਆਪਣੇ ਭਰਾ ਦਾ ਮੂੰਹ ਵੀ ਨਾ ਦੇਖ ਸਕੀ। ਜਦੋਂ ਮੇਰਾ ਉੱਥੇ ਰਹਿਣ ਦਾ ਫੈਸਲਾ ਹੋ ਗਿਆ ਤਾਂ ਮੇਰਾ ਭਰਾ ਤੇ ਮੇਰੀ ਮਾਂ ਮੇਰੇ ਸਿਰ ਤੇ ਹੱਥ ਰੱਖ ਕੇ ਬਸ ਚਲੇ ਗਏ ਤੇ ਜਾਂਦੇ ਇਹ ਕਹਿ ਗਏ ਕਿ ਜੇ ਤੈਨੂੰ ਕੋਈ ਪਰੇਸ਼ਾਨੀ ਹੋਈ ਤਾਂ ਸਾਨੂੰ ਦੱਸ ਦੇਵੀਂ। ਪਰ ਮੈਨੂੰ ਵੀ ਪਤਾ ਸੀ ਕਿ ਇਸ ਤੋਂ ਅੱਗੇ ਤਾਂ ਮੇਰੀ ਜ਼ਿੰਦਗੀ ਵਿੱਚ ਮੁਸ਼ਕਲ ਤੇ ਪਰੇਸ਼ਾਨੀਆਂ ਹੀ ਹੋਣਗੀਆਂ, ਕਿਉਂਕਿ ਪਹਿਲਾਂ ਮੈਂ ਆਪਣੀ ਮਾਂ ਦੀ ਜ਼ਿੰਦਗੀ ਨੂੰ ਦੇਖ ਚੁੱਕੀ ਸੀ। ਮੇਰਾ ਤਾਂ ਐਡੇ ਵੱਡੇ ਘਰ ਵਿੱਚ ਦਿਲ ਘਬਰਾਉਂਦਾ ਸੀ, ਕਿਉਂਕਿ ਮੈਂ ਇਕੱਲੀ ਇੰਨੇ ਵੱਡੇ ਘਰ ਵਿੱਚ ਕਿਵੇਂ ਰਹਿ ਸਕਦੀ ਸੀ। ਉੱਪਰੋਂ ਭਾਵੇਂ ਮੇਰਾ ਸਹੁਰਾ ਆਪਣੇ ਕਮਰੇ ਵਿੱਚ ਹੀ ਰਹਿੰਦਾ ਸੀ, ਪਰ ਮੈਨੂੰ ਬਹੁਤ ਜ਼ਿਆਦਾ ਮੁਸ਼ਕਲ ਸੀ, ਕਿਉਂਕਿ ਮੈਂ ਥੱਲੇ ਜਦੋਂ ਉਹਨਾਂ ਨੂੰ ਰੋਟੀ ਤੇ ਚਾਹ ਫੜਾਉਣ ਲਈ ਆਉਂਦੀ ਤਾਂ ਮੈਨੂੰ ਬਹੁਤ ਜ਼ਿਆਦਾ ਔਖਾ ਲੱਗਦਾ ਸੀ। ਕਦੇ ਮੇਰੇ ਬੱਚੇ ਵੀ ਖੇਡਣ ਲਈ ਥੱਲੇ ਆ ਜਾਂਦੇ, ਪਰ ਮੇਰੇ ਸਹੁਰੇ ਨੂੰ ਮੇਰੇ ਬੱਚਿਆਂ ਵਿੱਚ ਕੋਈ ਦਿਲਚਸਪੀ ਨਹੀਂ ਰਹੀ ਸੀ ਤੇ ਨਾ ਹੀ ਉਹਨਾਂ ਨੂੰ ਪਿਆਰ ਕਰਦੇ ਸੀ। ਜਦੋਂ ਮੇਰੇ ਬੱਚੇ ਥੱਲੇ ਖੇਡਦੇ ਤਾਂ ਉਹ ਛੇਤੀ ਹੀ ਉਹਨਾਂ ਨੂੰ ਕਹਿ ਦਿੰਦੇ ਕਿ ਤੁਸੀਂ ਉੱਪਰ ਆਪਣੀ ਮਾਂ ਕੋਲ ਜਾ ਕੇ ਖੇਡੋ। ਮੇਰੇ ਸਹੁਰੇ ਨੂੰ ਬੱਚਿਆਂ ਨਾਲ ਕੋਈ ਵੀ ਪਿਆਰ ਨਹੀਂ ਸੀ।
ਮੇਰੇ ਪਤੀ ਮਨੋਜ ਵੀ ਇਹੀ ਕਹਿੰਦੇ ਸਨ ਕਿ ਪਾਪਾ ਆਰਮੀ ਦੀ ਜ਼ਿੰਦਗੀ ਜਿਉਂ ਕੇ ਆਏ ਆ, ਇਸ ਕਰਕੇ ਉਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੈ। ਕੋਈ ਗੱਲ ਨਹੀਂ, ਉਹ ਉਹਨਾਂ ਦਾ ਸੁਭਾਅ ਹੈ ਤੇ ਉਹ ਆਪਣੀ ਜ਼ਿੰਦਗੀ ਦੇ ਆਪ ਮਾਲਕ ਹਨ। ਪਰ ਮੈਂ ਹੁਣ ਇੱਕ ਛੋਟੀ ਤੋਂ ਛੋਟੀ ਜ਼ਰੂਰਤ ਲਈ ਵੀ ਆਪਣੇ ਸਹੁਰੇ ਦੀ ਮੁਹਤਾਜ ਹੋ ਚੁੱਕੀ ਸੀ। ਮੈਨੂੰ ਕੋਈ ਵੀ ਕੰਮ ਹੁੰਦਾ ਤਾਂ ਜਿਵੇਂ ਸਬਜ਼ੀ ਲਿਆਉਣਾ ਜਾਂ ਕੋਈ ਹੋਰ ਘਰ ਦੇ ਕੰਮ ਕਾਜ ਤਾਂ ਮੈਨੂੰ ਸਹੁਰੇ ਕੋਲ ਜਾਣਾ ਪੈਂਦਾ ਸੀ। ਹੁਣ ਤਾਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਨੂੰ ਸਹੁਰੇ ਦੇ ਨਾਲ ਹੀ ਜ਼ਿੰਦਗੀ ਗੁਜ਼ਾਰਨੀ ਪਵੇਗੀ ਤੇ ਮੈਨੂੰ ਆਪਣੇ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਇਕੱਲੇ ਨੂੰ ਹੀ ਚੁੱਕਣੀ ਪਵੇਗੀ। ਇਹੀ ਸੋਚ ਮੈਨੂੰ ਖਾਈ ਜਾ ਰਹੀ ਸੀ। ਫਿਰ ਮੈਂ ਆਪਣੇ ਕੰਮਾਂ 'ਚ ਲੱਗ ਗਈ ਤੇ ਕਿਚਨ ਵਿੱਚ ਜਾ ਕੇ ਖਾਣਾ ਬਣਾਉਣ ਲੱਗੀ, ਕਿਉਂਕਿ ਮੈਂ ਚਾਹੁੰਦੀ ਸੀ ਕਿ ਆਪਣੇ ਬੱਚਿਆਂ ਦੇ ਉੱਠਣ ਤੋਂ ਪਹਿਲਾਂ ਸਾਰਾ ਘਰ ਦਾ ਕੰਮਕਾਰ ਖਤਮ ਕਰ ਲਵਾਂ। ਮੈਂ ਜਲਦੀ ਖਾਣਾ ਬਣਾ ਕੇ ਰੱਖ ਲਿਆ, ਜਲਦੀ ਰੋਟੀ ਬਣਾਈ ਤੇ ਮੈਂ ਸੋਚਿਆ ਕਿ ਪਹਿਲਾਂ ਮੈਂ ਆਪਣੇ ਸਹੁਰੇ ਨੂੰ ਦੇ ਆਵਾਂਗੀ, ਕਿਉਂਕਿ ਪਹਿਲਾਂ ਦੀ ਗੱਲ ਹੋਰ ਹੁੰਦੀ ਸੀ। ਪਹਿਲਾਂ ਮੈਨੂੰ ਜ਼ਿਆਦਾ ਅਜੀਬ ਜਿਹਾ ਨਹੀਂ ਲੱਗਦਾ ਸੀ, ਪਰ ਮੈਨੂੰ ਹੁਣ ਸਹੁਰੇ ਦੇ ਕਮਰੇ ਵਿੱਚ ਜਾਣਾ ਬਹੁਤ ਅਜੀਬ ਲੱਗ ਰਿਹਾ ਸੀ। ਫਿਰ ਮੇਰੇ ਦਿਮਾਗ ਵਿੱਚ ਆਇਆ ਕਿ ਹੁਣ ਤਾਂ ਮੈਨੂੰ ਛੋਟੀ ਤੋਂ ਛੋਟੀ ਚੀਜ਼ ਦੇ ਲਈ ਵੀ ਆਪਣੇ ਸਹੁਰੇ ਦੇ ਅੱਗੇ ਹੱਥ ਅੱਡਣੇ ਹੀ ਪੈਣਗੇ ਤੇ ਉਹਨਾਂ ਨੂੰ ਰੋਟੀ ਵੀ ਫੜਾਉਣੀ ਪਵੇਗੀ ਤੇ ਉਹਨਾਂ ਤੋਂ ਜ਼ਰੂਰਤ ਦਾ ਸਮਾਨ ਵੀ ਮੰਗਵਾਉਣਾ ਪਵੇਗਾ। ਹੁਣ ਮੇਰਾ ਹੀ ਫਰਜ਼ ਸੀ ਕਿ ਇਹੀ ਸੋਚਦੀ ਮੈਂ ਇੱਕ ਦਿਨ ਟਰੇ ਵਿੱਚ ਸਾਰਾ ਖਾਣਾ ਰੱਖਿਆ ਤੇ ਆਪਣੇ ਸਹੁਰੇ ਦੇ ਕਮਰੇ ਵਿੱਚ ਚਲੀ ਗਈ। ਮੈਂ ਉਹਨਾਂ ਦੇ ਕਮਰੇ ਵਿੱਚ ਜਦੋਂ ਗਈ ਤਾਂ ਮੈਂ ਬੈੱਡ ਦੇ ਉੱਪਰ ਖਾਣਾ ਰੱਖ ਦਿੱਤਾ। ਮੇਰਾ ਸਹੁਰੇ ਦੇ ਕਮਰੇ ਦੇ ਨਾਲ ਬਣੇ ਵਾਸ਼ਰੂਮ ਵਿੱਚ ਪਾਣੀ ਚੱਲਣ ਦੀ ਆਵਾਜ਼ ਆ ਰਹੀ ਸੀ। ਮੈਨੂੰ ਲੱਗਿਆ ਸ਼ਾਇਦ ਉਹ ਨਹਾ ਰਹੇ ਨੇ ਤੇ ਉਹਨਾਂ ਨੂੰ ਟਾਈਮ ਲੱਗ ਜਾਵੇਗਾ। ਮੈਂ ਖਾਣੇ ਵਾਲੀ ਪਲੇਟ ਚੁੱਕ ਕੇ ਵਾਪਸ ਆਉਣ ਲੱਗੀ ਕਿ ਬਾਥਰੂਮ ਦੀ ਕੁੰਡੀ ਖੁੱਲਣ ਦੀ ਆਵਾਜ਼ ਆਈ ਤੇ ਮੇਰਾ ਸਹੁਰਾ ਬਾਥਰੂਮ ਵਿੱਚੋਂ ਬਾਹਰ ਆਇਆ। ਉਹਨਾਂ ਨੇ ਸਿਰਫ ਪਜਾਮਾ ਹੀ ਪਾਇਆ ਹੋਇਆ ਸੀ, ਬਾਕੀ ਸਰੀਰ ਦੇ ਉੱਪਰ ਕੋਈ ਕੱਪੜਾ ਨਹੀਂ ਸੀ। ਮੈਂ ਉਹਨਾਂ ਵੱਲ ਇੱਕ ਵਾਰ ਵੇਖ ਕੇ ਨੀਵੀਂ ਪਾ ਲਈ ਤੇ ਮੈਂ ਕਿਹਾ, ਪਾਪਾ ਜੀ, ਮੈਂ ਤੁਹਾਡੇ ਲਈ ਖਾਣਾ ਲੈ ਕੇ ਆਈ ਹਾਂ। ਉਹ ਮੈਨੂੰ ਕਹਿਣ ਲੱਗੇ ਕਿ ਪਲੇਟ ਨੂੰ ਬੈੱਡ ਤੇ ਰੱਖ ਦੇ। ਮੈਂ ਪਲੇਟ ਰੱਖ ਕੇ ਵਾਪਸ ਮੁੜਨ ਹੀ ਲੱਗੀ ਸੀ ਕਿ ਉਹ ਮੇਰੇ ਪਿੱਛੇ ਖੜੇ ਸੀ। ਮੈਂ ਆਪਣੇ ਸਹੁਰੇ ਨਾਲ ਟਕਰਾ ਗਈ। ਮੈਂ ਘਬਰਾ ਗਈ। ਜਦੋਂ ਮੈਂ ਆਪਣੇ ਸਹੁਰੇ ਦੇ ਨਾਲ ਇਸ ਤਰ੍ਹਾਂ ਟਕਰਾਈ ਤਾਂ ਮੈਂ ਉਹਨਾਂ ਤੋਂ ਮਾਫੀ ਮੰਗਣ ਲੱਗੀ ਤੇ ਉਹ ਮੈਨੂੰ ਕਹਿਣ ਲੱਗੇ, ਕੋਈ ਗੱਲ ਨਹੀਂ, ਮੈਂ ਆਪਣੀ ਐਨਕ ਚੁੱਕਣ ਲੱਗਿਆ ਸੀ, ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਮੈਂ ਜਲਦੀ ਉਹਨਾਂ ਦੇ ਕਮਰੇ 'ਚੋਂ ਵਾਪਸ ਆ ਗਈ। ਜਦੋਂ ਆ ਕੇ ਬੱਚਿਆਂ ਨੂੰ ਖਾਣਾ ਖਵਾਇਆ ਤੇ ਆਪ ਖਾਣਾ ਖਾਧਾ, ਉਸ ਤੋਂ ਬਾਅਦ ਮੈਨੂੰ ਯਾਦ ਆਇਆ ਕਿ ਰਸੋਈ ਦਾ ਸਾਰਾ ਰਾਸ਼ਨ ਖਤਮ ਹੋਇਆ ਤਾਂ ਪਾਪਾ ਗੁੱਸਾ ਹੋਣਗੇ ਕਿ ਤੂੰ ਮੈਨੂੰ ਰਾਸ਼ਨ ਖਤਮ ਹੋਣ ਤੇ ਹੀ ਕਿਉਂ ਦੱਸਿਆ, ਪਹਿਲਾਂ ਨਹੀਂ ਸੀ ਦੱਸ ਸਕਦੀ। ਮੈਂ ਸੋਚਿਆ ਕਿ ਮੈਂ ਹੁਣ ਜਾ ਕੇ ਉਹਨਾਂ ਨੂੰ ਰਾਸ਼ਨ ਬਾਰੇ ਦੱਸ ਆਵਾਂ। ਜਦੋਂ ਮੈਂ ਕਮਰੇ ਵਿੱਚ ਗਈ ਤਾਂ ਉਹ ਆਪਣੇ ਬੈੱਡ ਦੇ ਉੱਪਰ ਪਏ ਹੋਏ ਸੀ। ਮੈਂ ਉਹਨਾਂ ਨੂੰ ਕਿਹਾ, ਪਾਪਾ ਜੀ, ਰਸੋਈ ਦਾ ਸਾਰਾ ਰਾਸ਼ਨ ਖਤਮ ਹੋ ਗਿਆ, ਤੁਸੀਂ ਕੱਲ ਸਾਰਾ ਰਾਸ਼ਨ ਮੰਗਵਾ ਦਿਓ। ਤੇ ਮੈਨੂੰ ਕਹਿਣ ਲੱਗੇ, ਕੋਈ ਗੱਲ ਨਹੀਂ, ਕੱਲ ਨੂੰ ਮੈਂ ਸਾਰਾ ਰਾਸ਼ਨ ਲਿਆ ਦੇਵਾਂਗਾ, ਕਿਉਂਕਿ ਤੂੰ ਹੁਣ ਮੇਰੀ ਜ਼ਿੰਮੇਵਾਰੀ ਆ। ਤੈਨੂੰ ਜਿਸ ਚੀਜ਼ ਦੀ ਜ਼ਰੂਰਤ ਹੋਵੇ ਤੂੰ ਮੈਨੂੰ ਬੇਝਿਜਕ ਦੱਸ ਦੇਵੀਂ। ਇਹ ਕਿਹਾ ਤਾਂ ਮੈਂ ਵਾਪਸ ਮੁੜਨੀ ਲੱਗੀ ਕਿ ਮੈਨੂੰ ਉਹਨਾਂ ਨੇ ਆਵਾਜ਼ ਦਿੱਤੀ ਕਿ ਰਾਣੀ, ਕੁਝ ਟਾਈਮ ਆ, ਮੈਂ ਤੇਰੇ ਨਾਲ ਗੱਲਾਂ ਕਰਨੀਆਂ ਨੇ। ਜਦੋਂ ਇਸ ਤਰ੍ਹਾਂ ਉਹਨਾਂ ਨੇ ਕਿਹਾ ਤਾਂ ਮੈਂ ਘਬਰਾ ਗਈ। ਉਹਨਾਂ ਨੇ ਮੈਨੂੰ ਬੈਠਣ ਲਈ ਕਿਹਾ ਤਾਂ ਮੈਂ ਬੈੱਡ ਦੇ ਦੂਜੇ ਪਾਸੇ ਬੈਠ ਗਈ। ਉਹ ਮੈਨੂੰ ਕਹਿਣ ਲੱਗੇ ਕਿ ਰਾਣੀ, ਮਨੋਜ ਨੂੰ ਗਏ ਹੋਏ 1 ਮਹੀਨਾ ਹੋ ਗਿਆ, ਤੈਨੂੰ ਮਨੋਜ ਦੀ ਕਮੀ ਤਾਂ ਮਹਿਸੂਸ ਹੁੰਦੀ ਹੋਵੇਗੀ। ਜਦੋਂ ਉਹਨਾਂ ਨੇ ਇਸ ਤਰ੍ਹਾਂ ਕਿਹਾ ਤਾਂ ਮੈਨੂੰ ਬਹੁਤ ਜ਼ਿਆਦਾ ਅਜੀਬ ਲੱਗਿਆ, ਪਰ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਮੈਂ ਉਹਨਾਂ ਨੂੰ ਕਿਹਾ ਕਿ ਮਨੋਜ ਦੀ ਕਮੀ ਤਾਂ ਮੈਨੂੰ ਸਾਰੀ ਜ਼ਿੰਦਗੀ ਰਹੇਗੀ, ਕਿਉਂਕਿ ਮੇਰੀ ਤਾਂ ਉਹਨਾਂ ਦੇ ਜਾਣ ਤੋਂ ਬਾਅਦ ਜ਼ਿੰਦਗੀ ਖਤਮ ਹੋ ਗਈ ਹੋਵੇ ਤੇ ਮੇਰੇ ਤਾਂ ਹੁਣ ਜਿਉਣ ਨੂੰ ਵੀ ਦਿਲ ਨਹੀਂ ਕਰਦਾ। ਸਿਰਫ ਇੱਕ ਬੱਚਿਆਂ ਕਰਕੇ ਹੀ ਮੈਂ ਜਿਉ ਰਹੀ ਹਾਂ। ਜਦੋਂ ਮੈਂ ਇਸ ਤਰ੍ਹਾਂ ਕਿਹਾ ਤਾਂ ਮੇਰੇ ਸਹੁਰਾ ਮੈਨੂੰ ਕਹਿਣ ਲੱਗਿਆ ਕਿ ਮੇਰੇ ਵੱਲ ਵੇਖ, ਮਨੋਜ ਦੀ ਮਾਂ ਨੂੰ ਗਏ ਹੋਏ ਕਿੰਨੇ ਸਾਲ ਹੋ ਗਏ ਆ। ਮੈਨੂੰ ਵੀ ਆਪਣੀ ਪਤਨੀ ਦੀ ਕਮੀ ਮਹਿਸੂਸ ਹੁੰਦੀ ਆ, ਪਰ ਫਿਰ ਵੀ ਮੈਂ ਹੌਸਲੇ ਨਾਲ ਰਹਿਣਾ। ਤੇ ਮੇਰੇ ਸਰੀਰ ਵੱਲ ਵੇਖ, ਮੈਂ ਅਜੇ ਤੱਕ ਵੀ ਫਿੱਟ ਆ। ਜਦੋਂ ਉਹਨਾਂ ਨੇ ਇਸ ਤਰੀਕੇ ਨਾਲ ਮੇਰੇ ਨਾਲ ਗੱਲ ਕਰੀ ਤਾਂ ਮੈਂ ਬਹੁਤ ਜ਼ਿਆਦਾ ਘਬਰਾਹਟ ਮਹਿਸੂਸ ਹੋਣ ਲੱਗੀ ਤੇ ਕਮਰੇ ਦਾ ਮਾਹੌਲ ਵੀ ਬਹੁਤ ਹੀ ਜ਼ਿਆਦਾ ਖਾਮੋਸ਼ ਜਿਹਾ ਹੋ ਗਿਆ। ਫਿਰ ਇੱਕਦਮ ਉਹਨਾਂ ਨੇ ਮੇਰੇ ਹੱਥ ਤੇ ਹੱਥ ਰੱਖ ਦਿੱਤਾ ਕਿ ਮੈਂ ਤੇਰੇ ਨਾਲ ਹਾਂ। ਤੈਨੂੰ ਕਿਸੇ ਵੀ ਚੀਜ਼ ਦੀ ਕਮੀ ਹੋਵੇਗੀ, ਕਿਸੇ ਵੀ ਚੀਜ਼ ਦੀ ਲੋੜ ਹੋਵੇਗੀ, ਮੈਂ ਤੇਰੀ ਹਰ ਜ਼ਰੂਰਤ ਪੂਰੀ ਕਰਾਂਗਾ। ਮੈਂ ਫਟਾਫਟ ਬੈੱਡ ਤੋਂ ਖੜੀ ਹੋ ਗਈ ਤੇ ਬਾਹਰ ਨੂੰ ਤੁਰ ਪਈ, ਪਰ ਉਹ ਜਿਸ ਤਰ੍ਹਾਂ ਮੇਰੇ ਵੱਲ ਵੇਖ ਰਹੇ ਸੀ ਮੈਨੂੰ ਬਹੁਤ ਹੀ ਜ਼ਿਆਦਾ ਬੁਰਾ ਲੱਗਿਆ। ਉਹਨਾਂ ਦਾ ਵੇਖਣਾ ਤੇ ਗੱਲ ਕਰਨ ਦਾ ਤਰੀਕਾ ਅਜੀਬ ਕਿਸਮ ਦਾ ਸੀ। ਮੈਂ ਆਪਣੇ ਕਮਰੇ ਵਿੱਚ ਆ ਗਈ, ਪਰ ਮੇਰਾ ਦਿਲ ਅਜੇ ਵੀ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਮੈਂ ਜਲਦੀ ਆਪਣੇ ਹੱਥਾਂ ਨੂੰ ਵਾਸ਼ ਬੇਸਿਨ ਤੇ ਨਾਲ ਧੋ ਲਿਆ
ਕਿਉਂਕਿ ਮੈਨੂੰ ਅਜੇ ਵੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੇਰੇ ਹੱਥ ਮੇਰੇ ਸਹੁਰੇ ਨੇ ਫੜਿਆ ਹੋਵੇ। ਮਨੋਜ ਦੇ ਜਾਣ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਕੋਈ ਵੀ ਮੇਰੀ ਖੁਆਇਸ਼ ਨਹੀਂ ਰਹੀ ਸੀ। ਮੈਂ ਤਾਂ ਹੁਣ ਸਾਰੀ ਜ਼ਿੰਦਗੀ ਉਹਨਾਂ ਦੇ ਨਾਮ ਤੇ ਹੀ ਗੁਜ਼ਾਰਨਾ ਚਾਹੁੰਦੀ ਸੀ। ਦੂਜੇ ਦਿਨ ਮੇਰੇ ਸਹੁਰੇ ਨੇ ਰਸੋਈ ਦਾ ਸਾਰਾ ਰਾਸ਼ਨ ਲਿਆ ਕੇ ਦੇ ਦਿੱਤਾ। ਬੇਸ਼ੱਕ ਪੈਸਿਆਂ ਦੀ ਉਹਨਾਂ ਕੋਲ ਕੋਈ ਕਮੀ ਨਹੀਂ ਸੀ। ਇੰਨੇ ਸਾਲਾਂ ਤੋਂ ਪੈਨਸ਼ਨ ਦੇ ਨਾਮ ਤੇ ਜਿਹੜੀ ਰਕਮ ਆ ਰਹੀ ਸੀ ਉਹ ਬੈਂਕ ਵਿੱਚ ਹੀ ਜਮ੍ਹਾਂ ਸੀ। ਪਰ ਅੱਜ ਮੇਰਾ ਸਹੁਰਾ ਬੱਚਿਆਂ ਦੇ ਲਈ ਬਹੁਤ ਸਾਰਾ ਸਮਾਨ ਤੇ ਉਹਨਾਂ ਦੇ ਲਈ ਖਿਡੌਣੇ ਲੈ ਕੇ ਆਇਆ, ਜਿਨ੍ਹਾਂ ਨੂੰ ਦੇਖ ਕੇ ਮੇਰੇ ਬੱਚੇ ਬਹੁਤ ਜ਼ਿਆਦਾ ਖੁਸ਼ ਹੋ ਗਏ। ਫਿਰ ਮੈਂ ਆਪਣੇ ਦਿਮਾਗ ਵਿੱਚ ਸੋਚਣ ਲੱਗੀ ਕਿ ਮੈਨੂੰ ਉਸਦੇ ਜਿਉਂਦੇ ਤਾਂ ਪਾਪਾ ਨੇ ਇਸ ਤਰ੍ਹਾਂ ਕਦੇ ਵੀ ਬੱਚਿਆਂ ਨੂੰ ਕੁਝ ਨਹੀਂ ਲਿਆ ਕੇ ਦਿੱਤਾ। ਪਤਾ ਨਹੀਂ ਅੱਜ ਉਹ ਇਹ ਸਭ ਕੁਝ ਇਸ ਕਰਕੇ ਕਰ ਰਹੇ ਹਨ ਕਿ ਅੱਜ ਬੱਚੇ ਯਤੀਮ ਹਨ। ਫਿਰ ਮੈਂ ਸਾਰਾ ਸਮਾਨ ਕਿਚਨ ਦੇ ਵਿੱਚ ਆਪਣੇ ਆਪਣੇ ਥਾਂ ਤੇ ਰੱਖ ਦਿੱਤਾ। ਇੱਕ ਦਿਨ ਦੀ ਗੱਲ ਆ, ਜਦੋਂ ਮੈਂ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਬੱਚਿਆਂ ਨੂੰ ਖਾਣਾ ਖਵਾਉਣ ਤੋਂ ਬਾਅਦ ਆਪ ਨਹਾਉਣ ਲਈ ਵਾਸ਼ਰੂਮ ਵਿੱਚ ਚਲੀ ਗਈ। ਪਰ ਜਦੋਂ ਮੈਂ ਨਹਾ ਕੇ ਬਾਹਰ ਨਿਕਲੀ ਤਾਂ ਮੇਰੇ ਸਹੁਰਾ ਮੇਰੇ ਕਮਰੇ ਵਿੱਚ ਖੜਾ ਸੀ। ਉਹਨਾਂ ਨੂੰ ਇਸ ਤਰ੍ਹਾਂ ਮੇਰੇ ਕਮਰੇ ਵਿੱਚ ਦੇਖ ਕੇ ਮੈਂ ਘਬਰਾ ਗਈ। ਮੇਰੇ ਕੋਲ ਤਾਂ ਮੇਰਾ ਦੁਪੱਟਾ ਵੀ ਨਹੀਂ ਸੀ। ਮੇਰੇ ਗਿੱਲੇ ਵਾਲ ਖੁੱਲੇ ਸੀ। ਮੇਰੇ ਵਾਲਾਂ ਦਾ ਪਾਣੀ ਮੇਰੇ ਸਾਰੇ ਕੱਪੜਿਆਂ ਨੂੰ ਗਿੱਲਾ ਕਰ ਚੁੱਕਿਆ ਸੀ। ਮੈਂ ਆਪਣੇ ਸਹੁਰੇ ਨੂੰ ਆਪਣੇ ਸਾਹਮਣੇ ਦੇਖ ਕੇ ਸ਼ਰਮ ਨਾਲ ਪਾਣੀ ਹੋ ਗਈ। ਫਿਰ ਮੈਂ ਇੱਕਦਮ ਕਿਹਾ, ਪਾਪਾ ਜੀ ਤੁਹਾਨੂੰ ਕੋਈ ਕੰਮ ਸੀ? ਪਰ ਮੇਰੇ ਸਹੁਰੇ ਦੀਆਂ ਨਜ਼ਰਾਂ ਮੇਰੇ ਸਰੀਰ ਤੋਂ ਹਟ ਨਹੀਂ ਰਹੀਆਂ ਸੀ। ਉਹ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਦੇਖ ਰਿਹਾ ਸੀ। ਮੈਨੂੰ ਕਹਿਣ ਲੱਗਿਆ, ਅੱਜ ਮੈਨੂੰ ਤਾਂ ਬਹੁਤ ਹੀ ਇਕੱਲਾਪਣ ਮਹਿਸੂਸ ਹੋ ਰਿਹਾ, ਇਸ ਲਈ ਮੈਂ ਸੋਚਿਆ ਮੈਂ ਤੁਹਾਡੇ ਕੋਲ ਬੱਚਿਆਂ ਕੋਲ ਆ ਜਾਵਾਂ। ਮੈਂ ਆਪਣੇ ਸਹੁਰੇ ਦੀ ਗੱਲ ਸੁਣ ਕੇ ਨੀਵੀਂ ਪਾ ਕੇ ਕਿਹਾ, ਠੀਕ ਆ, ਜੇਕਰ ਤੁਹਾਨੂੰ ਕੋਈ ਵੀ ਪਰੇਸ਼ਾਨੀ ਆ ਤਾਂ ਦੱਸ ਸਕਦੇ ਹੋ। ਉਹ ਮੇਰੇ ਬੈੱਡ ਦੇ ਉੱਪਰ ਹੀ ਬੈਠ ਕੇ ਕਹਿਣ ਲੱਗੇ। ਮੈਂ ਕਿਹਾ ਕਿ ਮੈਂ ਬੱਚਿਆਂ ਨਾਲ ਕੁਝ ਟਾਈਮ ਗੱਲਾਂ ਕਰਕੇ ਮਨ ਹਲਕਾ ਹੋ ਜਾਵੇਗਾ ਤੇ ਮੇਰਾ ਮੂਡ ਵੀ ਠੀਕ ਹੋ ਜਾਵੇਗਾ। ਮੈਂ ਉਹਨਾਂ ਨੂੰ ਕਿਹਾ, ਠੀਕ ਆ ਪਾਪਾ ਜੀ, ਤੁਸੀਂ ਬੈਠੋ, ਮੈਂ ਚਾਹ ਬਣਾ ਕੇ ਲਿਆਵਾਂ। ਉਹ ਮੈਨੂੰ ਕਹਿਣ ਲੱਗੇ, ਚਾਹ ਦੀ ਕੋਈ ਲੋੜ ਨਹੀਂ, ਤੂੰ ਮੇਰੇ ਨਾਲ ਦੂਜੇ ਕਮਰੇ ਵਿੱਚ ਬੈਠ ਕੇ ਗੱਲਾਂ ਕਰ। ਮੈਂ ਡਰ ਗਈ ਤੇ ਮੈਂ ਆਪਣੇ ਸਹੁਰੇ ਦੇ ਮਗਰ ਦੂਜੇ ਕਮਰੇ ਵੱਲ ਤੁਰ ਪਈ। ਬੱਚੇ ਸੌਂ ਰਹੇ ਸੀ। ਮੇਰਾ ਸਹੁਰਾ ਕਹਿੰਦਾ ਬੱਚੇ ਜਾਗ ਜਾਣਗੇ ਤੇ ਉਹ ਕੱਚੀ ਨੀਂਦ ਉੱਠ ਜਾਣਗੇ। ਮੈਂ ਸਿਰਫ ਹਾਂ ਵਿੱਚ ਹੀ ਸਿਰ ਹਿਲਾਇਆ ਕਿਉਂਕਿ ਮੈਂ ਹੋਰ ਅੱਗੇ ਕੁਝ ਵੀ ਨਾ ਬੋਲ ਸਕੀ। ਮੈਂ ਆਪਣੇ ਸਹੁਰੇ ਦੇ ਮਗਰ ਦੂਜੇ ਕਮਰੇ ਵੱਲ ਤੁਰ ਪਈ। ਮੈਂ ਜਲਦੀ ਆਪਣੇ ਉੱਪਰ ਦੁਪੱਟਾ ਲਿਆ, ਪਰ ਦੂਜੇ ਕਮਰੇ ਵਿੱਚ ਇੱਕ ਸਿੰਗਲ ਬੈੱਡ ਹੀ ਸੀ, ਹੋਰ ਕੋਈ ਵੀ ਚੀਜ਼ ਨਹੀਂ ਸੀ। ਮੈਂ ਬੈੱਡ ਤੇ ਬੈਠ ਗਈ ਤਾਂ ਮੇਰੇ ਸਹੁਰਾ ਵੀ ਮੇਰੇ ਬਰਾਬਰ ਆ ਕੇ ਬੈੱਡ ਤੇ ਬੈਠ ਗਿਆ। ਮੈਂ ਖੜੀ ਹੋ ਗਈ ਤਾਂ ਮੈਨੂੰ ਕਹਿਣ ਲੱਗੇ ਕਿ ਤੂੰ ਇੱਥੇ ਹੀ ਬੈਠ ਜਾ, ਪਰ ਮੈਨੂੰ ਉਸ ਬੈੱਡ ਤੇ ਬੈਠਣਾ ਬਹੁਤ ਅਜੀਬ ਲੱਗ ਰਿਹਾ ਸੀ। ਤੇ ਮੇਰਾ ਸਹੁਰਾ ਫਿਰ ਰੋਣ ਲੱਗਿਆ ਕਿ ਮੇਰੀ ਸਾਰੇ ਮੁਹੱਲੇ ਵਿੱਚ ਬਹੁਤ ਇੱਜ਼ਤ ਆ ਤੇ ਕਹਿਣ ਲੱਗਿਆ ਕਿ ਮੈਨੂੰ ਅੱਜ ਤੁਹਾਡੀ ਮਾਂ ਦੀ ਬਹੁਤ ਯਾਦ ਆ ਰਹੀ ਆ। ਮੈਂ ਬਹੁਤ ਹੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ। ਜਦੋਂ ਤੁਹਾਡੀ ਮਾਂ ਹੁੰਦੀ ਸੀ ਤਾਂ ਉਹ ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਵੀ ਕਮੀ ਨਹੀਂ ਹੋਣ ਦਿੰਦੀ ਸੀ। ਮੈਂ ਇਹੀ ਚਾਹੁੰਦਾ ਕਿ ਉਸ ਦੀ ਕਮੀ ਹੁਣ ਤੂੰ ਪੂਰੀ ਕਰ ਦੇ। ਤੇ ਉਹ ਇੰਨਾ ਕਹਿ ਕੇ ਉਹਨਾਂ ਨੇ ਮੇਰਾ ਹੱਥ ਫੜ ਲਿਆ। ਮੈਨੂੰ ਕਹਿਣ ਲੱਗੇ, ਦੇਖੋ, ਇਸ ਸ਼ਹਿਰ ਦੇ ਮੁਹੱਲੇ ਵਿੱਚ ਮੇਰੀ ਬਹੁਤ ਜ਼ਿਆਦਾ ਇੱਜ਼ਤ ਬਣੀ ਹੋਈ ਆ। ਸਾਰੇ ਲੋਕ ਮੈਨੂੰ ਇੱਜ਼ਤ ਦੀਆਂ ਨਜ਼ਰਾਂ ਨਾਲ ਦੇਖਦੇ ਆ। ਮੈਂ ਨਹੀਂ ਚਾਹੁੰਦਾ ਕਿ ਕੱਲ੍ਹ ਨੂੰ ਕੋਈ ਮੇਰੇ ਬਾਰੇ ਵਿੱਚ ਇਹ ਕਹੇ ਕਿ ਮੈਂ ਆਪਣੀ ਜ਼ੁਬਾਨ ਨੂੰ ਆਪਣੇ ਨਾਲ ਰੱਖੀ ਆ। ਇਸ ਕਰਕੇ ਤੂੰ ਕਿਸੇ ਦੇ ਵੀ ਸਾਹਮਣੇ ਘਰ ਦੀ ਕੋਈ ਗੱਲ ਨਹੀਂ ਕਰੇਗੀ ਤੇ ਘਰ ਵਿੱਚ ਆਂਢ ਗੁਆਂਢ ਦੀਆਂ ਔਰਤਾਂ ਨੂੰ ਨਹੀਂ ਬੁਲਾਵੇਂਗੀ ਤੇ ਨਾ ਹੀ ਉਹਨਾਂ ਦੇ ਘਰ ਜਾਵੇਂਗੀ, ਕਿਉਂਕਿ ਮੈਨੂੰ ਘਰ ਵਿੱਚ ਕਿਸੇ ਵੀ ਔਰਤ ਦਾ ਆਉਣਾ ਚੰਗਾ ਨਹੀਂ ਲੱਗਦਾ। ਤਾਂ ਮੈਂ ਉਹਨਾਂ ਦੀ ਇਹ ਗੱਲ ਹੈਰਾਨੀ ਨਾਲ ਸੁਣ ਰਹੀ ਸੀ ਤੇ ਉਹਨਾਂ ਦਾ ਅਚਾਨਕ ਇਸ ਤਰ੍ਹਾਂ ਨਾਲ ਮੇਰਾ ਹੱਥ ਫੜਨਾ, ਮੈਂ ਘਬਰਾ ਗਈ। ਮੈਂ ਬਸ ਉਹਨਾਂ ਦੇ ਹੱਥ ਵਿੱਚੋਂ ਆਪਣਾ ਹੱਥ ਛੁਡਵਾਇਆ। ਮੈਂ ਕਿਹਾ, ਪਾਪਾ ਜੀ ਤੁਸੀਂ ਫਿਕਰ ਨਾ ਕਰੋ, ਮੈਂ ਨਾ ਤਾਂ ਕਿਸੇ ਨੂੰ ਘਰ ਜਾਵਾਂਗੀ ਤੇ ਨਾ ਹੀ ਕਿਸੇ ਆਂਢ ਗੁਆਂਢ ਦੀਆਂ ਔਰਤਾਂ ਨੂੰ ਆਪਣੇ ਘਰ ਬੁਲਾਵਾਂਗੀ। ਤੁਸੀਂ ਜਿਵੇਂ ਕਹੋਗੇ ਮੈਂ ਉਵੇਂ ਕਰਾਂਗੀ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਦੇ ਵੀ ਆਪਣੇ ਘਰ ਦੀ ਗੱਲ ਬਾਹਰ ਕਿਸੇ ਕੋਲ ਨਹੀਂ ਕਰਾਂਗੀ, ਕਿਉਂਕਿ ਤੁਸੀਂ ਤਾਂ ਮੇਰੇ ਬੱਚਿਆਂ ਦੀ ਜ਼ਿੰਮੇਵਾਰੀ ਚੁੱਕੀ ਆ। ਇਸ ਕਰਕੇ ਮੈਂ ਤੁਹਾਡੇ ਕਹੇ ਮੁਤਾਬਕ ਹੀ ਚੱਲਾਂਗੀ। ਪਰ ਉਹ ਮੇਰੇ ਸਰੀਰ ਨੂੰ ਇੱਕ ਭੁੱਖੀ ਨਜ਼ਰ ਨਾਲ ਦੇਖ ਰਹੇ ਸੀ। ਮੇਰਾ ਦਿਲ ਅੰਦਰੋਂ ਅੰਦਰੀ ਡਰ ਰਿਹਾ ਸੀ। ਮੇਰੇ ਨਾਲ ਅੱਜ ਪਤਾ ਨਹੀਂ ਕੀ ਹੋ ਜਾਵੇਗਾ, ਕਿਉਂਕਿ ਉਹਨਾਂ ਦੀ ਨਿਗਾਹ ਅੱਜ ਕੁਝ ਬਦਲੀ ਜਿਹੀ ਲੱਗ ਰਹੀ ਸੀ। ਪਰ ਇਸ ਤਰ੍ਹਾਂ ਸਹੁਰੇ ਦਾ ਮੇਰੇ ਨੇੜੇ ਹੋਣਾ ਮੈਨੂੰ ਬਹੁਤ ਜ਼ਿਆਦਾ ਬੁਰਾ ਲੱਗ ਰਿਹਾ ਸੀ ਤੇ ਬਹੁਤ ਜ਼ਿਆਦਾ ਡਰ ਵੀ ਲੱਗ ਰਿਹਾ ਸੀ। ਫਿਰ ਉਹ ਕਹਿਣ ਲੱਗਿਆ ਕਿ ਹੁਣ ਤਾਂ ਤੂੰ ਹੀ ਮੇਰਾ ਸਹਾਰਾ, ਮੈਂ ਤੇਰੇ ਸਿਰ ਤੇ ਹੀ ਜ਼ਿੰਦਗੀ ਕੱਟਣੀ ਆ। ਮੈਂ ਬੜੀ ਹੀ ਸਹਿਮੀ ਹੋਈ। ਉਹਨਾਂ ਦੇ ਸਾਹਮਣੇ ਬੈਠੀ ਸੀ, ਮੈਂ ਹੋਰ ਕਰ ਵੀ ਕੀ ਸਕਦੀ ਸੀ। ਮੇਰੇ ਭਰਾ ਨੇ ਤਾਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ। ਹੁਣ ਮੈਂ ਜਾਂਦੀ ਵੀ ਕਿੱਧਰ, ਕਿਉਂਕਿ ਮੈਂ ਤਾਂ ਮਜਬੂਰ ਸੀ। ਜੋ ਕੁਝ ਵੀ ਮੇਰਾ ਸਹੁਰਾ ਕਹਿ ਰਿਹਾ ਸੀ ਮੈਨੂੰ ਉਹ ਮੰਨਣਾ ਹੀ ਪੈਣਾ ਸੀ। ਪਰ
ਪਰ ਮੇਰਾ ਦਿਲ ਜ਼ੋਰ ਨਾਲ ਧੜਕ ਰਿਹਾ ਸੀ। ਉਹਨਾਂ ਦੀ ਬਦਲੀ ਹੋਈ ਨਜ਼ਰ ਮੈਨੂੰ ਕੁਝ ਬੁਰਾ ਹੋਣ ਦਾ ਸੰਕੇਤ ਦੇ ਰਹੀ ਸੀ ਤੇ ਫਿਰ ਉਹ ਹੌਲੀ-ਹੌਲੀ ਮੇਰੇ ਨੇੜੇ ਆਏ ਤੇ ਮੇਰੀ ਕਮਰ ਤੇ ਹੱਥ ਫੇਰਨ ਲੱਗੇ। ਜਦੋਂ ਉਹਨਾਂ ਨੇ ਇਸ ਤਰ੍ਹਾਂ ਕਰਿਆ ਤਾਂ ਮੈਂ ਇੱਕਦਮ ਬੈੱਡ ਤੋਂ ਖੜੀ ਹੋ ਗਈ। ਫਿਰ ਮੈਂ ਗੁੱਸੇ ਵਿੱਚ ਉਹਨਾਂ ਨੂੰ ਕਿਹਾ, ਪਾਪਾ ਤੁਸੀਂ ਇਹ ਕੀ ਕਰ ਰਹੇ ਹੋ? ਮੇਰੇ ਮੂੰਹ ਵਿੱਚ ਚੰਗੀ ਤਰ੍ਹਾਂ ਆਵਾਜ਼ ਵੀ ਨਹੀਂ ਸੀ ਨਿਕਲ ਪਾ ਰਹੀ, ਕਿਉਂਕਿ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਉਹ ਮੇਰੇ ਨਾਲ ਕੁਝ ਗਲਤ ਕਰਨਾ ਚਾਹੁੰਦੇ ਆ। ਫਿਰ ਉਹ ਵੀ ਬੈੱਡ ਤੇ ਖੜੇ ਹੋ ਗਏ ਤੇ ਮੈਨੂੰ ਕਹਿਣ ਲੱਗੇ, ਸ਼ੁਰੂ ਵਿੱਚ ਤੈਨੂੰ ਅਜੀਬ ਲੱਗੇਗਾ, ਪਰ ਤੈਨੂੰ ਵੀ ਲੋੜ ਆ ਤੇ ਮੈਨੂੰ ਵੀ। ਫਿਰ ਹੌਲੀ-ਹੌਲੀ ਤੈਨੂੰ ਇਸ ਚੀਜ਼ ਦੀ ਆਦਤ ਪੈ ਜਾਵੇਗੀ। ਉਹ ਮੈਨੂੰ ਜਿਹੜੀਆਂ ਗੱਲਾਂ ਕਹਿਣਾ ਚਾਹ ਰਹੇ ਸੀ ਉਹ ਮੈਨੂੰ ਵੀ ਪਤਾ ਸੀ। ਮੈਂ ਉਹਨਾਂ ਦੇ ਦਿਲ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਸੀ, ਪਰ ਮੈਂ ਇਹ ਸਭ ਕੁਝ ਕਰਨ ਲਈ ਤਿਆਰ ਨਹੀਂ ਸੀ। ਫਿਰ ਉਹ ਮੇਰੇ ਸਾਹਮਣੇ ਖੜੇ ਹੋ ਗਏ ਤੇ ਮੇਰੇ ਮੋਢਿਆਂ ਤੇ ਆਪਣੇ ਦੋਵੇਂ ਹੱਥ ਰੱਖ ਕੇ ਕਹਿਣ ਲੱਗੇ, ਮੈਂ ਤੇਰੀ ਤੇ ਤੇਰੇ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਚੱਕੀ ਆ। ਇਸ ਦੇ ਬਦਲੇ ਤਾਂ ਤੈਨੂੰ ਕੁਝ ਨਾ ਕੁਝ ਜ਼ਰੂਰ ਕਰਨਾ ਪਵੇਗਾ। ਤੇਰਾ ਕੰਮ ਇਹੀ ਆ ਕਿ ਤੂੰ ਮੈਨੂੰ ਖੁਸ਼ ਕਰ ਦੇ, ਪਰ ਅੱਜ ਤਾਂ ਮੈਂ ਜਾ ਰਿਹਾ। ਤੂੰ ਚੰਗੀ ਤਰ੍ਹਾਂ ਸੋਚ ਲਵੀਂ, ਤੇਰੇ ਲਈ ਚੰਗਾ ਹੋਵੇਗਾ। ਤੈਨੂੰ ਹਰ ਹਾਲਤ ਵਿੱਚ ਮੈਨੂੰ ਖੁਸ਼ ਕਰਨਾ ਹੀ ਪਵੇਗਾ। ਤੇ ਮੇਰੇ ਵੱਲ ਬਹੁਤ ਹੀ ਗੰਦੀਆਂ ਨਜ਼ਰਾਂ ਨਾਲ ਦੇਖਿਆ। ਇੰਨਾ ਕਹਿ ਕੇ ਉਹ ਥੱਲੇ ਚਲੇ ਗਏ। ਮੈਂ ਘਬਰਾ ਗਈ। ਮੈਂ ਹੁਣ ਕਰ ਵੀ ਕੀ ਸਕਦੀ ਸੀ? ਮੈਂ ਤਾਂ ਕਿਸੇ ਨੂੰ ਵੀ ਆਪਣਾ ਦੁੱਖ ਨਹੀਂ ਦੱਸ ਸਕਦੀ ਸੀ, ਪਰ ਉਹਨਾਂ ਦੇ ਹੁਣ ਇਰਾਦੇ ਬਹੁਤ ਹੀ ਜ਼ਿਆਦਾ ਗਲਤ ਸਨ। ਪਰ ਮੈਂ ਇਹ ਸਭ ਕੁਝ ਨਹੀਂ ਸੀ ਕਰ ਸਕਦੀ। ਇਹ ਆਖਰ ਕਿਵੇਂ ਹੋ ਸਕਦਾ ਸੀ? ਉਹਨਾਂ ਨੇ ਜਦੋਂ ਮੈਨੂੰ ਖੁਸ਼ ਕਰਨ ਲਈ ਕਿਹਾ ਤਾਂ ਇੱਕ ਵਾਰ ਵੀ ਇਹ ਨਹੀਂ ਸੋਚਿਆ ਕਿ ਮੈਂ ਉਹਨਾਂ ਦੀ ਨੂੰਹ ਹਾਂ, ਉਹਨਾਂ ਦੇ ਬੇਟੇ ਦੀ ਇੱਕ ਵਿਧਵਾ ਪਤਨੀ। ਨੂੰਹ ਵੀ ਤਾਂ ਇੱਕ ਧੀ ਦੇ ਸਮਾਨ ਹੁੰਦੀ ਆ। ਫਿਰ 1-2 ਦਿਨ ਇਸ ਤਰ੍ਹਾਂ ਹੀ ਲੰਘ ਗਏ। ਹੁਣ ਤਾਂ ਮੈਨੂੰ ਉਹਨਾਂ ਦੇ ਸਾਹਮਣੇ ਜਾਣ ਤੋਂ ਵੀ ਡਰ ਲੱਗਦਾ ਸੀ। ਮੈਂ ਜਲਦੀ ਉਹਨਾਂ ਦਾ ਖਾਣਾ ਉਹਨਾਂ ਦੇ ਕਮਰੇ ਵਿੱਚ ਰੱਖ ਕੇ ਉੱਪਰ ਚਲੀ ਜਾਂਦੀ। ਮੇਰੀ ਤਾਂ ਹੁਣ ਇਹੀ ਕੋਸ਼ਿਸ਼ ਰਹਿੰਦੀ ਕਿ ਕਮਰੇ ਵਿੱਚ 1 ਮਿੰਟ ਵੀ ਨਾ ਰੁਕਾਂ। ਫਿਰ ਇੱਕ ਦਿਨ ਉਹ ਹੋਇਆ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ। ਬਹੁਤ ਜ਼ਿਆਦਾ ਗਰਮੀ ਸੀ ਤੇ ਕਮਰੇ ਦਾ ਗੇਟ ਮੈਂ ਖੋਲ੍ਹ ਕੇ ਸੌਂਦੀ ਸੀ, ਕਿਉਂਕਿ ਕਮਰੇ ਵਿੱਚ ਏਸੀ ਨਹੀਂ ਸੀ ਲੱਗਿਆ। ਗਰਮੀ ਬਹੁਤ ਜ਼ਿਆਦਾ ਸੀ। ਮੈਂ ਬਾਹਰ ਵਿਹੜੇ ਵਿੱਚ ਵੀ ਨਹੀਂ ਸੀ ਸੌਂ ਸਕਦੀ, ਕਿਉਂਕਿ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਸੀ। ਅਚਾਨਕ ਰਾਤ ਨੂੰ ਮੇਰੀ ਅੱਖ ਖੁੱਲੀ ਤਾਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕੋਈ ਮੇਰੇ ਕੋਲ ਆ ਕੇ ਖੜਾ ਹੈ। ਜਦੋਂ ਮੈਂ ਨੀਂਦ ਵਿੱਚੋਂ ਅੱਖਾਂ ਖੋਲ੍ਹ ਕੇ ਦੇਖਿਆ ਤਾਂ ਮੇਰਾ ਸਹੁਰਾ ਮੇਰੇ ਕੋਲ ਖੜਾ ਸੀ ਤੇ ਉਹ ਮੈਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਇੱਕਦਮ ਘਬਰਾ ਕੇ ਉੱਠੀ ਤਾਂ ਮੇਰੇ ਕੋਲ ਮੇਰਾ ਦੁਪੱਟਾ ਵੀ ਨਹੀਂ ਸੀ। ਮੈਂ ਜਲਦੀ ਨਾਲ ਆਪਣਾ ਦੁਪੱਟਾ ਲੈਣ ਲਈ ਆਪਣੇ ਬੈੱਡ ਤੋਂ ਉੱਠੀ ਤਾਂ ਮੇਰਾ ਸਹੁਰਾ ਕਹਿਣ ਲੱਗਿਆ ਕਿ ਰਾਣੀ ਤੂੰ ਘਬਰਾ ਨਾ, ਮੇਰੀ ਤਬੀਅਤ ਠੀਕ ਨਹੀਂ, ਮੇਰਾ ਸਿਰ ਬਹੁਤ ਜ਼ਿਆਦਾ ਦਰਦ ਹੋ ਰਿਹਾ, ਤੂੰ ਥੋੜਾ ਟਾਈਮ ਲਈ ਮੇਰਾ ਸਿਰ ਦਬਾ ਦੇ, ਸ਼ਾਇਦ ਆਰਾਮ ਮਿਲ ਜਾਵੇ। ਮੈਂ ਜਲਦੀ ਆਪਣਾ ਦੁਪੱਟਾ ਲਿਆ ਤੇ ਮੈਂ ਕਿਹਾ, ਪਾਪਾ ਮੈਂ ਚਾਹ ਬਣਾ ਦੇਵਾਂ? ਤਾਂ ਉਹ ਕਹਿਣ ਲੱਗੇ, ਨਹੀਂ, ਚਾਹ ਵਿੱਚ ਤਾਂ ਜ਼ਿਆਦਾ ਕੈਫੀਨ ਹੁੰਦੀ ਆ, ਇਸ ਨਾਲ ਹੋਰ ਵੀ ਜ਼ਿਆਦਾ ਦਰਦ ਹੋਵੇਗਾ, ਤੂੰ ਬਸ ਮੇਰਾ ਸਿਰ ਦਬਾ ਦੇ, ਮੈਂ ਆਪਣੇ ਕਮਰੇ ਵਿੱਚ ਤੇਰਾ ਇੰਤਜ਼ਾਰ ਕਰਾਂਗਾ, ਤੂੰ ਉੱਥੇ ਹੀ ਆ ਜਾਵੀਂ। ਇੰਨਾ ਕਹਿ ਕੇ ਉਹ ਥੱਲੇ ਚਲੇ ਗਏ। ਮੈਂ ਹੈਰਾਨ ਪਰੇਸ਼ਾਨ ਸੀ। ਮੈਂ ਅੱਧੀ ਰਾਤ ਨੂੰ ਉਹਨਾਂ ਦੇ ਕਮਰੇ ਵਿੱਚ ਕਿਵੇਂ ਜਾਵਾਂ? ਮੈਨੂੰ ਤਾਂ ਇਹ ਕੰਮ ਮੌਤ ਦੇ ਬਰਾਬਰ ਲੱਗ ਰਿਹਾ ਸੀ। ਮੈਂ ਨਾ ਵੀ ਨਹੀਂ ਕਰ ਸਕਦੀ ਸੀ, ਮਜਬੂਰ ਤੇ ਬੇਬਸ ਸੀ। ਫਿਰ ਮੈਂ ਡਰੀ ਸਹਿਮੀ ਹੋਈ ਥੱਲੇ ਉਹਨਾਂ ਦੇ ਕਮਰੇ ਵਿੱਚ ਜਾਣ ਲੱਗੀ। ਜਦੋਂ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਗਈ ਤਾਂ ਦਰਵਾਜ਼ਾ ਪਹਿਲਾਂ ਹੀ ਖੁੱਲ੍ਹਿਆ ਹੋਇਆ ਸੀ ਤੇ ਮੇਰਾ ਸਹੁਰਾ ਬੈੱਡ ਤੇ ਪਿਆ ਇੰਤਜ਼ਾਰ ਕਰ ਰਿਹਾ ਸੀ। ਜਦੋਂ ਉਸਨੇ ਮੈਨੂੰ ਆਪਣੇ ਕਮਰੇ ਵਿੱਚ ਆਉਂਦੇ ਦੇਖਿਆ ਤਾਂ ਉਹ ਖੁਸ਼ ਹੋ ਗਿਆ ਤੇ ਮੈਨੂੰ ਕਹਿਣ ਲੱਗਿਆ, ਤੂੰ ਜਲਦੀ ਮੇਰਾ ਸਿਰ ਦਬਾ, ਮੇਰੀ ਤਾਂ ਜਾਨ ਨਿਕਲ ਰਹੀ ਆ, ਦਰਦ ਬਹੁਤ ਜ਼ਿਆਦਾ ਹੋ ਰਿਹਾ। ਮੈਂ ਤਾਂ ਸੌਣ ਦੀ ਬਹੁਤ ਕੋਸ਼ਿਸ਼ ਕਰੀ, ਪਰ ਦਰਦ ਹੀ ਇੰਨਾ ਹੋ ਰਿਹਾ ਸੀ ਕਿ ਮੇਰੇ ਤੋਂ ਸੁੱਤਾ ਨਹੀਂ ਗਿਆ। ਮੈਂ ਡਰੀ ਤੇ ਸਹਿਮੀ ਹੋਈ ਆਪਣੇ ਕੰਮ ਦੇ ਹੱਥਾਂ ਨਾਲ ਉਹਨਾਂ ਦਾ ਸਿਰ ਦਬਾਉਣ ਲੱਗੀ। ਫਿਰ ਅਚਾਨਕ ਹੀ ਮੇਰੇ ਸਹੁਰੇ ਨੇ ਆਪਣਾ ਸਿਰ ਚੁੱਕ ਕੇ ਮੇਰੀ ਝੋਲੀ ਵਿੱਚ ਰੱਖ ਦਿੱਤਾ ਤਾਂ ਮੈਂ ਘਬਰਾ ਗਈ। ਮੈਂ ਇਹ ਸਭ ਦੇਖ ਕੇ ਪਾਣੀ ਬਣ ਗਈ। ਮੇਰੇ ਸਰੀਰ ਵਿੱਚ ਤਾਂ ਜਾਨ ਹੀ ਨਹੀਂ ਰਹੀ ਸੀ। ਉਹਨਾਂ ਦੀ ਇਸ ਹਰਕਤ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਦੁਖੀ ਸੀ। ਮੈਂ ਜਲਦੀ ਬੈੱਡ ਤੋਂ ਖੜੀ ਹੋ ਗਈ ਤੇ ਮੇਰੇ ਸਹੁਰੇ ਨੇ ਮੇਰੀ ਬਾਂਹ ਫੜ ਕੇ ਮੈਨੂੰ ਆਪਣੇ ਉੱਪਰ ਖਿੱਚ ਲਿਆ। ਮੈਂ ਬਹੁਤ ਜ਼ੋਰ ਨਾਲ ਉਹਨਾਂ ਤੋਂ ਛੁੱਟਣ ਦੀ ਕੋਸ਼ਿਸ਼ ਕਰੀ, ਪਰ ਉਹ ਬਹੁਤ ਤਾਕਤਵਰ ਸੀ। ਉਹਨਾਂ ਨੇ ਮੈਨੂੰ ਇੱਦਾਂ ਕੁੱਟ ਕੇ ਫੜਿਆ ਹੋਇਆ ਸੀ ਕਿ ਮੇਰੇ ਤੋਂ ਜ਼ੋਰ ਲਾਉਣ ਨਾਲ ਵੀ ਨਹੀਂ ਸੀ ਛੁੱਟਿਆ ਜਾ ਰਿਹਾ। ਮੈਂ ਬਹੁਤ ਗੁੱਸੇ ਵਿੱਚ ਕਿਹਾ, ਪਾਪਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ, ਤੁਸੀਂ ਆਪਣੇ ਮਰੇ ਹੋਏ ਬੇਟੇ ਦਾ ਖਿਆਲ ਕਰ ਲਓ। ਤੇ ਉਹ ਮੈਨੂੰ ਪੂਰੇ ਗੁੱਸੇ ਵਿੱਚ ਕਹਿਣ ਲੱਗਾ ਕਿ ਮੇਰਾ ਤੇਰੇ ਨਾਲ ਉਦੋਂ ਤੱਕ ਹੀ ਰਿਸ਼ਤਾ ਸੀ ਜਦੋਂ ਮੇਰਾ ਬੇਟਾ ਜਿਉਂਦਾ ਸੀ, ਉਦੋਂ ਤੱਕ ਹੀ ਤੂੰ ਮੇਰੀ ਨੂੰਹ ਸੀ, ਹੁਣ ਤਾਂ ਤੂੰ ਮੇਰੇ ਲਈ ਇੱਕ ਪਰਾਈ ਔਰਤ ਆ। ਮੈਂ ਤੇਰੇ ਨਾਲ ਕੁਝ ਵੀ ਕਰ ਸਕਦਾ। ਜੇ ਤੈਨੂੰ ਇਸ ਘਰ ਵਿੱਚ ਰਹਿਣਾ ਹੈ ਤਾਂ